ਹੈਲੋ ਦੋਸਤੋ, ਸਿੱਧੀ ਪੰਜਾਬ ਦੇ ਇਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ, ਅੱਜ ਹੈ 19 ਦਸੰਬਰ। ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਕਰੰਟ ਅਫੇਅਰਸ ਅੱਜ ਦੇ ਲੈ ਕੇ ਹਾਜ਼ਰ ਹੋਏ ਹਾਂ। ਤਾਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਗਰ ਹੈ ਤੁਹਾਡਾ ਟਾਰਗੇਟ ਪੰਜਾਬ, ਤਾਂ ਫੋਲੋ ਕਰਦੇ ਰਹੋ ਸਿੱਧੀ ਪੰਜਾਬ। ਤਾਂ ਅੱਜ ਦੇ ਪਹਿਲਾ ਟੌਪਿਕ ਦੇਖ ਲੈਂਦੇ ਹਾਂ ਆਪਾਂ ਕਿਆ ਡਿਸਕਸ ਕਰਨ ਵਾਲੇ ਹੈ। ਤਿੰਨ ਮੇਨ ਟੌਪਿਕ ਹੈ ਜਿਹੜੇ ਅੱਜ ਆਪਾਂ ਡਿਸਕਸ ਕਰਾਂਗੇ, ਬਹੁਤ ਹੀ ਇੰਪੋਰਟੈਂਟ ਨੇ। ਅਗੇਨ, ਮੋਨੋਕ੍ਰੋਪਿੰਗ ਪੈਟਰਨ ਪੰਜਾਬ ਐਗਰੀਕਲਚਰ, GS3 ਇਕੋਨਮੀ ਦੇ ਲਈ ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਆਪਾਂ ਡਿਸਕਸ ਕਰਾਂਗੇ। INS ਮਰਮਗਾਓ, ਇਹ ਕਿਆ ਹੈ, ਇਹਦੇ ਬਾਰੇ ਕੁਝ ਡਿਟੇਲਸ ਪ੍ਰੀਲਿਮਸ ਦੇ ਪਰਸਪੈਕਟਿਵ ਤੋਂ ਇੰਪੋਰਟੈਂਟ ਹੈ, ਉਹ ਡਿਸਕਸ ਕਰਾਂਗੇ। ਦੈਨ ਐਗਰੀਕਲਚਰਲ ਹਾਊਸ ਹੋਲਡ ਇਨਕਮ ਇਨ ਪੰਜਾਬ ਤੇ ਕੁਝ ਡਾਟਾ ਹੈ, ਉਹਨੂੰ ਆਪਾਂ ਆਪਦੇ ਕੋਲ ਲਿਖ ਕੇ ਰੱਖਾਂਗੇ। ਠੀਕ ਹੈ ਜੀ, ਚਲੋ ਜੀ ਫਿਰ ਡਿਸਕਸ਼ਨ ਅੱਜ ਦੀ ਸ਼ੁਰੂ ਕਰਦੇ ਹਾਂ। ਫਰਸਟ ਆਰਟੀਕਲ ਆਪਣਾ ਹੈ ਹਾਊ ਡਾਇਵਰਸੀਫਾਈਡ ਵਾਜ਼ ਪੰਜਾਬ ਬਿਫੋਰ ਗ੍ਰੀਨ ਰੈਵੋਲਿਊਸ਼ਨ। ਦੇਖੋ ਜੀ, ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ। ਐਗਰੀਕਲਚਰਲ ਇਸ਼ੂਜ਼ ਤੇ ਕੁਐਸਚਨ ਵੀ ਆਉਂਦੇ ਰਹਿੰਦੇ ਨੇ, ਤੁਹਾਡਾ ਐਸੇ ਵੀ ਆ ਸਕਦਾ ਹੈ, ਤਾਂ ਉਸ ਦੇ ਵਿੱਚ ਤੁਸੀਂ ਇਹ ਡਾਟਾ, ਇਹ ਐਨਾਲਿਸਿਸ ਇਸ ਆਰਟੀਕਲ ਦਾ ਬਹੁਤ ਅੱਛੀ ਤਰ੍ਹਾਂ ਦੇ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਦੇਖੋ ਇਸ ਆਰਟੀਕਲ 'ਚ ਬੇਸਿਕਲੀ ਦੋ ਪੀਰੀਅਡਸ ਦੀ ਗੱਲ ਹੋ ਰਹੀ ਹੈ, ਬਿਫੋਰ ਗ੍ਰੀਨ ਰੈਵੋਲਿਊਸ਼ਨ ਤੇ ਆਫਟਰ ਗ੍ਰੀਨ ਰੈਵੋਲਿਊਸ਼ਨ ਪੰਜਾਬ ਦੀ ਐਗਰੀਕਲਚਰ ਦਾ ਕੀ ਹਾਲ ਹੈ, ਉਹ ਥੋੜਾ ਡਿਸਕਸ ਕੀਤਾ ਗਿਆ ਹੈ। ਠੀਕ ਹੈ ਜੀ, ਪੰਜਾਬ's ਐਗਰੀਕਲਚਰ ਅਗਰ ਆਪਾਂ ਦੇਖਿਆ ਜਾਵੇ 1960s ਤੋਂ ਪਹਿਲਾਂ, ਤੁਸੀਂ ਕਹਿ ਸਕਦੇ ਹੋ ਉਦੋਂ ਪਹਿਲਾਂ ਕਿਆ ਸੀ, ਤੇ ਆਫਟਰ ਗ੍ਰੀਨ ਰੈਵੋਲਿਊਸ਼ਨ ਜਦੋਂ 1960s 'ਚ ਆਈ ਉਹ ਤੋਂ ਪਹਿਲਾਂ ਕੀ ਹਾਲ ਸੀ। ਠੀਕ ਹੈ ਜੀ, ਅਗਰ ਆਪਾਂ ਇੱਥੇ ਪੈਟਰਨ ਦੇਖੀਏ ਤਾਂ ਆਰਟੀਕਲ ਕਹਿੰਦਾ ਹੈ ਕਿ 39% ਜਿਹੜਾ ਪੰਜਾਬ ਤੇ ਰਾਈਸ ਦੇ ਅੰਡਰ ਸੀਗਾ, ਵੀਟ ਦੇ ਰਾਈਸ ਦੇ ਅੰਡਰ। ਤੇ ਅੱਜ ਦੀ ਘੜੀ ਵਿੱਚ ਜਦ ਦੀ ਗ੍ਰੀਨ ਰੈਵੋਲਿਊਸ਼ਨ ਲਾਂਚ ਹੋਈ ਹੈ, 84% ਪੰਜਾਬ ਜੋ ਕ੍ਰੌਪਡ ਏਰੀਆ ਜਿਹੜਾ ਹੈ ਉਹ ਵੀਟ ਦੇ ਰਾਈਸ ਦੇ ਅੰਡਰ ਆ ਗਿਆ ਹੈ। ਤੁਸੀਂ ਦੇਖੋ ਕਿ ਡਬਲ ਤੋਂ ਵੀ ਜ਼ਿਆਦਾ ਏਰੀਆ ਜਿਹੜਾ ਹੈ ਵੀਟ ਤੇ ਰਾਈਸ ਦੇ ਅੰਡਰ ਆਉਣ ਲੱਗ ਗਿਆ ਹੈ ਇੱਥੇ। ਐਂਡ ਅਦਰ ਕ੍ਰੌਪਸ ਸੀ, ਪਲਸਿਸ ਹੋ ਗਈਆਂ, ਬਾਜਰਾ ਹੋ ਗਿਆ, ਮਿਲਟਸ ਹੋ ਗਿਆ, ਜਿਹੜੀ ਕਿ ਸੋਇਲ ਨੂੰ ਰਿਵਾਈਵ ਕਰਨ 'ਚ ਹੈਲਪ ਆਉਂਦੀਆਂ ਹੈ। ਤਾਂ ਡਾਇਵਰਸੀਫਾਈਡ ਕ੍ਰੌਪਿੰਗ ਸਿਸਟਮ ਸੀ, ਤੁਸੀਂ ਇਹ ਕਹਿ ਸਕਦੇ ਹੋ ਕਿ ਡਾਇਵਰਸੀਫਾਈਡ ਕ੍ਰੌਪ ਕਾਫੀ ਸਾਰੀ वही wheat ਤੇ ਰਾਈਸ ਤੇ ਬਹੁਤ ਫੋਕਸ। ਬਟ ਹੁਣ ਕੀ ਹੋ ਰਿਹਾ ਹੈ, ਅੰਡਰ ਗ੍ਰੀਨ ਰੈਵੋਲਿਊਸ਼ਨ ਸਰਕਾਰ ਨੇ ਕਿਆ ਸ਼ੁਰੂ ਕੀਤਾ, MSP ਦੇਣੀ ਸ਼ੁਰੂ ਕੀਤੀ ਵੀਟ ਤੇ ਰਾਈਸ ਲਈ। ਵੀਟ ਤੇ ਰਾਈਸ ਲਈ MSP ਦੇਣੀ ਸ਼ੁਰੂ ਕੀਤੀ ਤੇ ਹਾਈ ਯੀਲਡਿੰਗ ਵੈਰਾਈਟੀ ਆਫ ਕ੍ਰੌਪਸ ਵੀ ਦੇਣੇ ਸ਼ੁਰੂ ਕੀਤੇ। ਹਾਈ ਯੀਲਡਿੰਗ ਮਤਲਬ ਇਹ ਜਿਹੇ ਸੀਡਸ ਵਗੈਰਾ ਉਦੋਂ ਇੰਟਰੋਡਿਊਸ ਕੀਤੇ ਗਏ ਜਿੱਤੇ ਬਹੁਤ ਜ਼ਿਆਦਾ ਪ੍ਰੋਡਕਟਿਵਿਟੀ ਹੁੰਦੀ ਸੀ। ਤੇ ਇਹ ਹਾਈ ਯੀਲਡਿੰਗ ਫੀਡਸ ਜੋ ਵੈਰਾਈਟੀਜ਼ ਹੈ ਵੀਟ ਤੇ ਰਾਈਸ ਦੀਆਂ ਹੀ ਅਵੇਲੇਬਲ ਸੀ। ਦੈਟ ਇਜ਼ ਵਾਈ ਸਾਰੇ ਜਿਹੜੇ ਕਿਸਾਨ ਹੈ ਉਹਨਾਂ ਨੇ ਆਪਦਾ ਫੋਕਸ ਜਿਹੜਾ ਹੈ ਵੀਟ ਤੇ ਰਾਈਸ ਦੀ ਖੇਤੀ ਤੇ ਸ਼ੁਰੂ ਕਰਤਾ। ਐਜ਼ ਅ ਰਿਜ਼ਲਟ ਅੱਜ ਦੀ ਘੜੀ 'ਚ ਤੁਸੀਂ ਦੇਖੋ ਤਾਂ 84% ਜਿਹੜੀ ਆਪਣੀ ਪੰਜਾਬ ਦਾ ਏਰੀਆ ਹੈ, ਕ੍ਰੌਪਡ ਏਰੀਆ ਹੈ, ਉਹ ਵੀਟ ਤੇ ਰਾਈਸ ਦੇ ਅੰਡਰ ਹੈ। ਦੈਟ ਮੀਨਸ ਹੁਣ ਆਪਣੀ ਜਿਹੜੀ ਐਗਰੀਕਲਚਰ ਹੈ ਉਹ ਡਾਇਵਰਸੀਫਾਈਡ ਨਹੀਂ ਰਹੀ ਹੈ, ਰਾਦਰ ਹੁਣ ਆਪਣੀ ਪੰਜਾਬ ਦੀ ਐਗਰੀਕਲਚਰ ਜਿਹੜੀ ਹੈ ਮੋਨੋਕ੍ਰੋਪਿੰਗ ਸਿਸਟਮ ਜਿਹੜਾ ਹੈ ਫੋਲੋ ਕਰਦੀ ਹੈ। ਦੈਟ ਇਜ਼ ਕਿ ਇੱਕ ਹੀ ਕ੍ਰੌਪ ਗਰੋ ਹੁੰਦੀ ਹੈ, ਜਾਂ ਤਾਂ ਵੀਟ ਕਰਨਗੇ ਜਾਂ ਰਾਈਸ ਕਰਨਗੇ। 3 ਮਹੀਨਿਆਂ ਲਈ ਤੁਸੀਂ ਕਹਿ ਸਕਦੇ ਹੋ, 3 ਤੋਂ 4 ਮਹੀਨਿਆਂ ਲਈ ਵੀਟ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਰਾਈਸ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਤੇ ਜਿਹੜੀ ਅਦਰ ਕ੍ਰੌਪਸ ਹੈ ਉਹਨਾਂ ਦਾ ਜਿਹੜਾ ਪਰਸੈਂਟੇਜ ਸ਼ੇਅਰ ਹੈ ਉਹ ਬਹੁਤ ਹੀ ਘਟ ਗਿਆ ਹੈ ਪੰਜਾਬ ਦੀ ਐਗਰੀਕਲਚਰ 'ਚ। ਠੀਕ ਹੈ ਜੀ, ਹੁਣ ਇਹਦੇ ਕਾਫੀ ਨੁਕਸਾਨ ਹੈ। ਆਪਾਂ ਇਹ ਡਿਸਕਸ ਕਿਉਂ ਕਰ ਰਹੇ ਹਾਂ, ਇਹ ਬਹੁਤ ਬੜਾ ਐਗਰੀਕਲਚਰ ਇਸ਼ੂ ਹੈ ਪੰਜਾਬ ਦੇ ਲਈ। ਅਗਰ ਤੁਸੀਂ ਦੇਖੋ ਤਾਂ ਇਸ ਮੋਨੋਕ੍ਰੋਪਿੰਗ ਸਿਸਟਮ ਦੇ ਕਰਕੇ ਪੰਜਾਬ ਦੀ ਐਗਰੀਕਲਚਰ ਕਾਫੀ ਸਫਰ ਕਰ ਰਹੀ ਹੈ। ਬਹੁਤ ਸਾਰੇ ਐਕਸਪਰਟਸ ਨੇ ਇਸ ਸਿਸਟਮ ਦੇ ਰਿਗਾਰਡਿੰਗ ਕੰਸਰਨਸ ਸ਼ੋ ਕੀਤੇ ਨੇ। ਤਾਂ ਇਹਦੇ ਇੰਪੈਕਟਸ ਕਿਆ ਹੈ ਉਹ ਵੀ ਥੋੜੇ ਦੇਖ ਲੈਂਦੇ ਆਪਾਂ, ਤੁਸੀਂ ਆਨਸਰਸ ਤੇ ਐਸੇਸ 'ਚ ਲਿਖ ਸਕਦੇ ਹੋ। ਮੋਨੋਕ੍ਰੋਪਿੰਗ ਕਰਕੇ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਪੰਜਾਬ ਦਾ ਉਹ ਬਹੁਤ ਹੀ ਡਿਕਲਾਈਨ ਹੋ ਰਿਹਾ ਹੈ। ਠੀਕ ਹੈ ਜੀ, ਕਿਉਂਕਿ ਰਾਈਸ ਤੁਸੀਂ ਦੇਖੋ ਕਿ ਬਹੁਤ ਹੀ ਵਾਟਰ ਇੰਟੈਂਸਿਵ ਕ੍ਰੌਪ ਹੈ। ਅਗਰ ਵੀਟ ਨੂੰ 4-5 ਵਾਰ ਇਰੀਗੇਸ਼ਨ ਦੀ ਲੋੜ ਪੈਂਦੀ ਹੈ ਤਾਂ ਰਾਈਸ ਨੂੰ 30 ਵਾਰ, ਘੱਟੋ ਘੱਟ 30 ਵਾਰ ਇਰੀਗੇਸ਼ਨ ਦੀ ਲੋੜ ਪੈਂਦੀ ਹੈ ਅਪਾਰਟ ਫਰੋਮ ਰੇਨ ਵਾਟਰ। ਠੀਕ ਹੈ ਜੀ, ਤਾਂ ਗਰਾਊਂਡ ਲੈਵਲ ਜਿਹੜੇ ਹੈ ਵਾਟਰ ਦੇ ਉਹ ਪੰਜਾਬ 'ਚ ਬਹੁਤ ਹੀ ਕੰਸਰਨਿੰਗ ਲੈਵਲ 'ਤੇ ਪਹੁੰਚ ਚੁੱਕੇ ਨੇ।
ਤਾਂ ਕਰਕੇ ਮੋਨੋਕ੍ਰੋਪਿੰਗ ਸਿਸਟਮ ਜਿਹੜਾ ਕਿ ਰਾਈਸ ਨਾਲ ਡੋਮੀਨੇਟਡ ਹੈ, ਇਹ ਬਹੁਤ ਹੀ ਹਾਨੀਕਾਰਕ ਹੈ ਪੰਜਾਬ ਦੇ ਵਾਟਰ ਲੈਵਲਸ ਲਈ। ਸੈਕਿੰਡ, ਸੋਇਲ ਫਰਟੀਲਿਟੀ ਜਿਹੜੀ ਹੈ ਉਹ ਮੇਨਟੇਨ ਨਹੀਂ ਹੋ ਰਹੀ। ਸੋਇਲ ਫਰਟੀਲਿਟੀ ਪੰਜਾਬ ਦੀ ਸੋਇਲ ਦੀ ਕਨਸਟੈਂਟਲੀ ਡਿਕਲਾਈਨ ਕਰ ਰਹੀ ਹੈ, ਕਿਉਂਕਿ ਤੁਸੀਂ ਦੇਖੋ ਕਿ ਆਪਾਂ ਜਿਹੜੀਆਂ ਨਿਊਟ੍ਰੀਸ਼ੀਅਸ ਜਿਹੜੀ ਸੋਇਲ ਲਈ ਅੱਛੀਆਂ ਕ੍ਰੌਪਸ ਹੈ, ਜਿਹੜੀਆਂ ਕਿ ਕ੍ਰੌਪਸ ਲਾਈਕ ਮਿਲਟਸ ਜਿਹੜੀ ਕਿ ਨਾਈਟ੍ਰੋਜਨ ਫਿਕਸ ਕਰਦੀਆਂ ਹੈ, ਘੱਟ ਵਾਟਰ ਯੂਜ਼ ਕਰਦੀਆਂ ਹੈ, ਸੋਇਲ ਦੇ ਨਿਊਟ੍ਰੀਐਂਟਸ ਨੂੰ ਰਿਪਲੈਨਿਸ਼ ਕਰਦਿਆਂ ਹੈ, ਉਹ ਸਭ ਜਿਹੜੇ ਆਪਾਂ ਹੁਣ ਗਰੋ ਕਰਨਾ ਬਹੁਤ ਹੀ ਘੱਟ ਕਰਤਾ ਹੈ। ਤਾਂ ਕਰਕੇ ਸੋਇਲ ਫਰਟੀਲਿਟੀ ਵੀ ਬਹੁਤ ਇੰਪੈਕਟ ਹੋ ਰਹੀ ਹੈ। ਤਾਂ ਤੁਸੀਂ ਦੇਖੋ ਅਗਰ ਸੋਇਲ ਫਰਟੀਲਿਟੀ ਇੰਪੈਕਟ ਹੋਊ, ਮਤਲਬ ਕਿਆ ਹੈ, ਪੰਜਾਬ ਦੀ ਐਗਰੀਕਲਚਰ ਦੀ ਪ੍ਰੋਡਕਟਿਵਿਟੀ ਵੀ ਬਹੁਤ ਡਿਕਲਾਈਨ ਹੋ ਰਹੀ ਹੈ। ਪਹਿਲਾਂ ਅਗਰ 1 ਹੈਕਟੇਅਰ 'ਤੇ ਤੁਸੀਂ ਲਾ ਲਓ ਐਕਸ ਯੂਨਿਟਸ ਪ੍ਰੋਡਿਊਸ ਕਰਦੇ ਸੀ, ਲਾ ਲਓ 10 ਯੂਨਿਟਸ ਆਫ ਕ੍ਰੌਪ ਪ੍ਰੋਡਿਊਸ ਕਰਦੇ ਸੀ, ਤਾਂ ਤੁਸੀਂ ਹੁਣ 1 ਹੈਕਟੇਅਰ 'ਤੇ ਸਿਰਫ 2 ਯੂਨਿਟਸ ਪ੍ਰੋਡਿਊਸ ਕਰ ਪਾ ਰਹੇ ਹੋ। ਠੀਕ ਹੈ ਜੀ। ਤਾਂ ਪ੍ਰੋਡਕਟਿਵਿਟੀ ਬਹੁਤ ਇੰਪੈਕਟ ਹੋਈ ਹੈ। ਕੁਝ ਦਿਨ ਪਹਿਲਾਂ ਆਪਾਂ ਕਰੰਟ ਅਫੇਅਰਸ 'ਤੇ ਪ੍ਰੋਡਕਟਿਵਿਟੀ 'ਤੇ ਵੀ ਡਾਟਾ ਡਿਸਕਸ ਕੀਤਾ ਸੀ। ਤੁਸੀਂ ਬੈਕ ਡੇਟ 'ਚ ਅਗਰ ਵੀਡੀਓਜ਼ ਜਾ ਕੇ ਦੇਖੋ, ਤੁਹਾਨੂੰ ਸਾਡੇ ਚੈਨਲ 'ਤੇ ਇਹ ਡਾਟਾ ਮਿਲ ਜਾਣਾ ਹੈ। ਬਹੁਤ ਅੱਛਾ ਹੈ, ਇਸ ਆਨਸਰ 'ਚ ਇਨਕਲੂਡ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਇਸੇ ਲਈ ਇਹ ਆਰਟੀਕਲ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਇਹ ਕਹਿ ਰਿਹਾ ਹੈ ਕਿ ਗ੍ਰੀਨ ਰੈਵੋਲਿਊਸ਼ਨ ਤੋਂ ਪਹਿਲਾਂ ਵੀਟ ਤੇ ਰਾਈਸ ਤੇ ਆਪਾਂ ਇੰਨਾ ਇੰਫੋਸਿਸ ਨਹੀਂ ਦਿੰਦੇ ਸੀ, ਡਾਈਵਰਸੀਫਾਈਡ ਆਪਣਾ ਕ੍ਰੌਪਿੰਗ ਸਿਸਟਮ ਸੀ। ਬਟ ਹੁਣ ਗ੍ਰੀਨ ਰੈਵੋਲਿਊਸ਼ਨ ਦੇ ਅੰਤਰਗਤ ਮੋਨੋਕ੍ਰੌਪਿੰਗ ਐਗਰੀਕਲਚਰ ਪੰਜਾਬ ਵਿੱਚ ਆ ਗਈ ਹੈ, ਜਿਹਦੇ ਇੰਪੈਕਟਸ ਮਲਟੀਫੋਲਡ ਨੇ। ਆਪਣਾ ਗਰਾਊਂਡ ਵਾਟਰ ਨੀਚੇ ਜਾ ਰਿਹਾ ਹੈ। ਤੁਸੀਂ ਦੇਖੋ ਰਾਈਸ ਜਿਹੜੀ ਹੈ ਇਹ ਬਹੁਤ ਹੀ ਜ਼ਿਆਦਾ ਵਾਟਰ ਭਾਲਦੀ ਹੈ, ਇਹ ਬਹੁਤ ਹੀ ਵਾਟਰ ਇੰਟੈਂਸਿਵ ਕ੍ਰੌਪ ਹੈ, ਜਿਹਦੇ ਕਰਕੇ ਗਰਾਊਂਡ ਵਾਟਰਸ 'ਤੇ ਕਾਫੀ ਇੰਪੈਕਟ ਹੋ ਰਿਹਾ ਹੈ। ਸੋਇਲ ਫਰਟੀਲਿਟੀ ਓਬਵੀਅਸਲੀ ਇੰਪੈਕਟ ਹੋਊ ਜਦੋਂ ਕਿ ਡਾਈਵਰਸੀਫਿਕੇਸ਼ਨ ਨਹੀਂ ਹੈ, ਅਤੇ ਅਗਰ ਸੋਇਲ ਫਰਟਾਈਲ ਨਹੀਂ ਹੈ ਦੈਟ ਮੀਨਸ ਡਾਇਰੈਕਟਲੀ ਪ੍ਰੋਡਕਟਿਵਿਟੀ 'ਤੇ ਇੰਪੈਕਟ ਹੋਊਗਾ। ਨਾਓ ਜਦੋਂ ਪ੍ਰੋਡਕਟਿਵਿਟੀ ਘੱਟ ਨਹੀਂ ਹੈ, ਮਤਲਬ ਫਾਰਮਰ ਇਨਕਮ ਜਿਹੜੀ ਹੈ ਪੰਜਾਬ 'ਚ ਉਹ ਵੀ ਔਨ ਡਿਕਲਾਈਨ ਹੈ। ਤੁਸੀਂ ਕਹਿ ਸਕਦੇ ਹੋ ਪਹਿਲਾਂ ਜਿੰਨੀ ਗ੍ਰੀਨ ਰੈਵੋਲਿਊਸ਼ਨ ਦੇ ਕਰਕੇ ਜਾਂ ਗ੍ਰੀਨ ਰੈਵੋਲਿਊਸ਼ਨ ਦੇ ਕਰਕੇ ਜਿਹੜੀ ਕਮਾਈ ਵਧੀ ਸੀ ਫਾਰਮਰਸ ਦੀ, ਹੁਣ ਓਨੀ ਨਹੀਂ ਰਹੀ ਹੈ। ਓਵਰ ਦਾ ਪੀਰੀਅਡ ਆਫ ਟਾਈਮ ਸੋਇਲ ਫਰਟੀਲਿਟੀ ਘਟਣ ਨਾਲ, ਵਾਟਰ ਲੈਵਲਸ ਘਟਣ ਨਾਲ ਪ੍ਰੋਡਕਟਿਵਿਟੀ ਜਿਹੜੀ ਹੈ ਘਟ ਰਹੀ ਹੈ, ਜਿਹਦੇ ਕਰਕੇ ਫਾਰਮਰ ਇਨਕਮ ਵੀ ਇੰਪੈਕਟ ਹੋ ਰਹੀ ਹੈ। ਠੀਕ ਹੈ ਜੀ। ਓਵਰਆਲ ਇਹਦਾ ਇੰਪੈਕਟ ਪੰਜਾਬ ਦੀ GDP 'ਤੇ ਵੀ ਆਉਂਦਾ ਹੈ। ਪੰਜਾਬ ਸਟੇਟ GDP ਜਿਹੜੀ ਹੈ ਉਹ ਕਿਸ ਤੋਂ ਬਣਦੀ ਹੈ, ਜਿਸ ਤਰੀਕੇ ਨਾਲ ਸਾਡੀ ਇਕਨੋਮਿਕ ਐਕਟੀਵਿਟੀਜ਼ ਹੋਣਗੀਆਂ ਉਸ ਤੋਂ ਹੀ ਡਿਟਰਮਾਈਨ ਹੋਊਗੀ। ਹੁਣ ਜਦ ਪੰਜਾਬ ਦੀ ਮੇਜਰ ਇਕਨੋਮਿਕ ਐਕਟੀਵਿਟੀ ਐਗਰੀਕਲਚਰ ਹੀ ਜਿਹੜੀ ਹੈ ਉਹ ਜ਼ਿਆਦਾ ਨਹੀਂ ਕੰਟਰੀਬਿਊਟ ਕਰ ਪਾ ਰਹੀ ਪ੍ਰੋਡਕਟਿਵਿਟੀ 'ਚ, ਪੰਜਾਬ ਦੇ ਐਕਸਪੋਰਟਸ 'ਚ, ਬਿਜ਼ਨਸਿਸ 'ਚ, ਤਾਂ ਮਤਲਬ ਪੰਜਾਬ ਸਟੇਟ ਦੀ GDP ਵੀ ਇੰਪੈਕਟ ਹੋ ਰਹੀ ਹੈ। ਇਸੇ ਲਈ ਤੁਸੀਂ ਦੇਖੋਗੇ ਕਿ ਪੰਜਾਬ ਦੀ ਅੱਜ ਕੱਲ੍ਹ ਫਾਈਨੈਂਸ਼ੀਅਲ ਹੈਲਥ ਜਿਹੜੀ ਹੈ ਬਹੁਤ ਵੀਕ ਹੈ। ਵਨ ਇਜ਼ ਪ੍ਰੋਬਲਮਸ ਜਿਹੜੀਆਂ ਪੰਜਾਬ ਦੀ ਐਗਰੀਕਲਚਰ ਫੇਸ ਕਰ ਰਹੀ ਹੈ। ਠੀਕ ਹੈ ਜੀ। ਇਹ ਸਾਰਾ ਡੀਟੇਲਡ ਆਰਟੀਕਲ, ਇਹ ਪੁਆਇੰਟਸ ਜਿਹੜੇ ਮੈਂ ਤੁਹਾਨੂੰ ਆਪਦੇ ਐਨਾਲਿਸਿਸ ਦੇ ਥਰੂ ਦੱਸ ਰਹੀ ਹਾਂ, ਇਹ ਆਰਟੀਕਲ 'ਚ ਐਜ਼ ਸੱਚ ਨਿਊਜ਼ਪੇਪਰ 'ਚ ਮੈਂਸ਼ਨ ਨਹੀਂ ਸੀ, ਬਟ ਇਹ ਬਹੁਤ ਹੀ ਇੰਪੋਰਟੈਂਟ ਐਨਾਲਿਸਿਸ ਹੈ। ਇਹ ਸਾਰੇ ਪੁਆਇੰਟਸ ਆਪਦੇ ਕੋਲ ਲਿਖ ਕੇ ਰੱਖੋ, ਤੁਹਾਨੂੰ ਕਾਫੀ ਮਦਦ ਕਰਨਗੇ ਆਨਸਰਸ ਲਿਖਣ 'ਤੇ, ਐਸੇਜ਼ ਲਿਖਣ 'ਤੇ। ਠੀਕ ਹੈ ਜੀ। ਤਾਂ ਇਸੇ ਲਈ ਇਹ ਆਰਟੀਕਲ ਬਸ ਆਖਰ 'ਚ ਇਹ ਰਿਕਮੈਂਡ ਕਰ ਰਿਹਾ ਹੈ ਕਿ ਆਪਾਂ ਨੂੰ ਡਾਈਵਰਸੀਫਿਕੇਸ਼ਨ 'ਤੇ ਫੋਕਸ ਕਰਨਾ ਚਾਹੀਦਾ ਹੈ। ਕ੍ਰੌਪ ਡਾਈਵਰਸੀਫਿਕੇਸ਼ਨ ਇਨ ਪੰਜਾਬ ਸ਼ੁੱਡ ਬੀ ਪ੍ਰਮੋਟਡ। ਇਹੀ ਇੱਕ ਤਰੀਕਾ ਹੈ ਪੰਜਾਬ ਦੀ ਐਗਰੀਕਲਚਰ, ਪੰਜਾਬ ਦੀ ਇਕੋਨਮੀ ਨੂੰ ਰਿਵਾਈਵ ਕਰਨ ਦਾ। ਠੀਕ ਹੈ ਜੀ। ਇਹ ਸਾਰਾ ਐਨਾਲਿਸਿਸ ਤੁਹਾਡੇ ਲਈ ਕਾਫੀ ਹੈਲਪ ਆਏਗਾ GS3 ਦੇ ਕੁਐਸਚਨਸ 'ਚ। ਨੈਕਸਟ ਇੰਪੋਰਟੈਂਟ ਆਰਟੀਕਲ ਪ੍ਰੀਲਿਮਸ ਦੇ ਪਰਸਪੈਕਟਿਵ ਤੋਂ ਜਿਹੜਾ ਕਿ ਤੁਹਾਨੂੰ ਕੰਮ ਆ ਸਕਦਾ ਹੈ ਉਹ ਹੈ INS ਮਰਮਗੋਆ ਜਾਂ ਗਾਓ, ਜੋ ਕਿ ਨੇਵੀ ਨੇ ਨਈ ਇੱਕ ਮਿਸਾਈਲ ਲਾਂਚ ਕੀਤੀ ਹੈ, ਮਿਸਾਈਲ ਡਿਸਟਰੋਇਰ ਲਾਂਚ ਕੀਤਾ ਹੈ। ਇਹ ਤੇ ਬਹੁਤ ਇੰਪੋਰਟੈਂਟ ਹੈ। ਤਾਂ ਇਹਦੀ ਥੋੜ੍ਹੀਆਂ ਫੈਕਚੁਅਲ ਡਿਟੇਲਸ ਬਸ ਯਾਦ ਰੱਖ ਲਓ, ਇਹ ਤੁਹਾਨੂੰ ਕੁਐਸਚਨਸ ਐਗਜ਼ਾਮ ਵਿੱਚ ਆਨਸਰ ਕਰਨ ਵਿੱਚ ਹੈਲਪ ਕਰੂਗਾ। ਤਾਂ INS ਮਰਮਗਾਓ ਹੈ ਕਿਆ, ਸਿਰਫ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਇਹ ਗਾਈਡਡ ਮਿਸਾਈਲ ਡਿਸਟਰੋਇਰ ਹੈ। ਅਗਰ ਕੋਈ ਵੀ ਕੰਟਰੀ ਇੰਡੀਆ 'ਤੇ ਕੋਈ ਮਿਸਾਈਲ ਲਾਂਚ ਕਰਦੀ ਹੈ ਤਾਂ ਮਰਮਗਾਓ ਨੂੰ ਯੂਜ਼ ਕਰਕੇ ਇੰਡੀਆ ਉਸ ਮਿਸਾਈਲ ਨੂੰ ਡਿਸਟਰੋਏ ਕਰ ਸਕਦਾ ਹੈ। ਠੀਕ ਹੈ ਜੀ। ਫਿਰ ਇਹ ਤੁਸੀਂ ਯਾਦ ਰੱਖਣਾ ਹੈ ਕਿ ਇਹ ਕਿਆ ਹੈ। ਕੁਐਸਚਨ ਇਹੀ ਆਊਗਾ ਕਿ INS ਮਰਮਗਾਓ ਕਿਆ ਹੈ, ਇੰਡੀਆ ਦੀ ਇੱਕ ਸ਼ਿਪ ਹੈ, ਇੱਕ ਮਿਸਾਈਲ ਹੈ, ਮਿਸਾਈਲ ਡਿਸਟਰੋਇਰ ਹੈ ਜਾਂ ਕਿਆ ਹੈ। ਤਾਂ ਇਸ ਲਈ ਇਹ ਇੱਕ ਮਿਸਾਈਲ ਡਿਸਟਰੋਇਰ ਹੈ। ਠੀਕ ਹੈ ਜੀ। ਸਮਝ ਲਓ ਪਾਕਿਸਤਾਨ ਸਾਡੇ 'ਤੇ ਕੋਈ ਮਿਸਾਈਲ ਛੱਡ ਦਿੰਦਾ ਹੈ ਤਾਂ ਅਸੀਂ ਹਵਾ 'ਚ ਹੀ ਉਸ ਮਿਸਾਈਲ ਨੂੰ ਖਤਮ ਕਰ ਸਕਦੇ ਹਾਂ ਬਾਈ ਯੂਜ਼ਿੰਗ ਸਿਸਟਮਸ ਲਾਈਕ INS ਮਰਮਗਾਓ।
ਠੀਕ ਹੈ ਜੀ। ਇਹ ਪ੍ਰੋਜੈਕਟ 15B ਦੇ ਅੰਡਰ ਤਿਆਰ ਹੋਇਆ ਹੈ, ਕੰਪਲੀਟਲੀ ਇੰਡੀਜੀਨੀਅਸ ਹੈ, ਇੰਡੀਆ ਵਿੱਚ ਬਣਿਆ ਹੈ। ਮਾਜ਼ਮਾਗਾਓ ਡੌਕ ਸ਼ਿਪ ਬਿਲਡਰਸ ਲਿਮਿਟਿਡ ਇੱਕ PSU ਹੈ, ਇੰਡੀਆ ਦੀ ਗਵਰਨਮੈਂਟ ਕੰਪਨੀ ਹੈ, ਤੁਸੀਂ ਕਹਿ ਸਕਦੇ ਹੋ ਬਹੁਤ ਹੀ ਇੰਪੋਰਟੈਂਟ ਫॉर ਸ਼ਿਪ ਬਿਲਡਿੰਗ ਐਕਟੀਵਿਟੀ ਵਿੱਚ। ਇਹ ਕੰਪਨੀ ਨੇ ਮਾਜ਼ਾਗਾਓ ਡੌਕ ਸ਼ਿਪ ਬਿਲਡਰਸ ਲਿਮਿਟਿਡ, ਇਸ ਕੰਪਨੀ ਨੇ ਇਸ ਮਿਸਾਈਲ ਨੂੰ ਬਣਾਇਆ ਹੈ, ਇਸ ਮਿਸਾਈਲ ਡਿਸਟਰੋਇਰ ਨੂੰ ਬਣਾਇਆ ਹੈ। ਤੇ ਇਹ ਹੁਣੀ ਕੱਲ ਹੀ ਯਾਨੀ ਕਿ ਸੰਡੇ ਨੂੰ 18 ਦਸੰਬਰ ਨੂੰ ਇੰਡੀਅਨ ਨੇਵੀ ਵਿੱਚ ਕਮਿਸ਼ਨ ਹੋ ਚੁੱਕੀ ਹੈ। ਠੀਕ ਹੈ ਜੀ। ਇਹ ਥੋੜੀ ਇਨਫੋਰਮੇਸ਼ਨ ਯਾਦ ਰੱਖੋ, ਤੁਹਾਡੇ ਕਾਫੀ ਹੈਲਪ ਆਏਗੀ। ਪ੍ਰੋਜੈਕਟ ਜਿਹੜੇ ਹੈ ਵੇਰੀਅਸ ਚੱਲਦੇ ਰਹਿੰਦੇ ਹੈ। ਪ੍ਰੋਜੈਕਟ 15B ਅਗਰ ਆਪਾਂ ਦੇਖੀਏ, 15B ਕਿਆ ਹੈ, ਇੰਡੀਅਨ ਨੇਵੀ ਨੇ ਐਜ ਏ ਗਾਈਡਡ ਮਿਸਾਈਲ ਡਿਸਟਰੋਇਰ 4 ਗਾਈਡਡ ਮਿਸਾਈਲ ਡਿਸਟਰੋਇਰ ਤੁਸੀਂ ਕਹਿ ਸਕਦੇ ਹੋ ਸਿਸਟਮਸ ਜਾਂ ਸ਼ਿਪਸ ਜਿਹੜੀਆਂ ਬਣਾਉਣ ਦਾ ਪ੍ਰੋਜੈਕਟ ਲਾਂਚ ਕੀਤਾ ਹੈ ਅੰਡਰ ਪ੍ਰੋਜੈਕਟ 15B। ਤਾਂ ਇਹ ਦੂਜਾ ਡਿਸਟਰੋਇਰ ਹੈ ਜਿਹੜਾ ਤਿਆਰ ਹੋ ਚੁੱਕਿਆ ਹੈ। ਫਸਟ ਸਾਡਾ ਸੀ INS ਵਿਸ਼ਾਖਾਪਟਨਮ, ਉਹ ਪਹਿਲਾ ਪ੍ਰੋਜੈਕਟ ਸੀ ਜਿਹੜਾ ਆ ਚੁੱਕਿਆ ਹੈ। INS ਮਰਮਗਾਓ ਹੁਣ ਦੂਸਰਾ ਪ੍ਰੋਜੈਕਟ ਹੈ ਜਿਹੜਾ ਤੁਸੀਂ ਕਹਿ ਸਕਦੇ ਹੋ ਦੂਸਰੀ ਮਿਸਾਈਲ ਡਿਸਟਰੋਇਰ ਹੈ ਜਿਹੜਾ ਪ੍ਰੋਜੈਕਟ 15B ਦੇ ਅੰਡਰ ਲਾਂਚ ਹੋਇਆ। ਠੀਕ ਹੈ ਜੀ। 4 ਹੋਰ ਆਣੇ ਹਨ, 4 ਹੋਰ ਆਣੇ हैं, टोटल 4 आने हैं। फर्स्ट सीधा INS वो ऑलरेडी मेरे हो गया था। है इसलिए ਉਹਦੇ ਨਾਲ ਤੁਸੀਂ ਰਿਲੇਟ ਕਰਕੇ ਯਾਦ ਕਰ ਸਕਦੇ ਹੋ। ਠੀਕ ਹੈ ਜੀ। ਇਸੇ ਤਰੀਕੇ ਨਾਲ 15A ਪ੍ਰੋਜੈਕਟ ਵੀ ਬਣਿਆ ਹੋਇਆ ਹੈ। ਇੰਨੀ ਸਾਰੀ ਡਿਟੇਲਸ 'ਚ ਵੈਸੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ, ਜਸਟ ਪ੍ਰੋਜੈਕਟ 15B ਤੇ INS ਮਰਮਗਾਓ ਦੀ ਕੁਝ ਡਿਟੇਲਸ ਯਾਦ ਰੱਖੋ ਕਿ ਇਹ ਹੈ ਕਿਆ, ਮਿਸਾਈਲ ਡਿਸਟਰੋਇਰ, ਗਾਈਡਡ ਮਿਸਾਈਲ ਡਿਸਟਰੋਇਰ। ਠੀਕ ਹੈ ਜੀ। ਇਹ ਬਸ ਇੰਪੋਰਟੈਂਟ ਸੀ। ਨੈਕਸਟ ਨਿਊਜ਼ ਆਈਟਮ ਕਰ ਲੈਂਦੇ ਆਪਾਂ, ਪੰਜਾਬ ਸੈਕਿੰਡ ਇਨ ਇਨਕਮ ਪਰ ਐਗਰੀਕਲਚਰਲ ਹਾਊਸਹੋਲਡ। ਤਾਂ ਦੇਖੋ ਜੀ, ਪਾਰਲੀਮੈਂਟ 'ਚ ਇਹ ਆਪਣੇ ਐਗਰੀਕਲਚਰ ਜੋ ਮਿਨਿਸਟਰ ਨੇ ਉਹਨਾਂ ਨੇ ਇਹ ਡਾਟਾ ਪ੍ਰੈਜ਼ੈਂਟ ਕੀਤਾ ਹੈ, ਜਿਹੜਾ ਕਿ ਦੱਸ ਰਿਹਾ ਹੈ ਕਿ ਅਗਰ ਆਪਾਂ ਐਗਰੀਕਲਚਰਲ ਇਨਕਮ ਦੇਖੀਏ ਪੂਰੀ ਕੰਟਰੀ 'ਚ ਤਾਂ ਕਿਸ ਤਰੀਕੇ ਨਾਲ ਰੈਂਕ ਕਰਾਂਗੇ। ਤਾਂ ਮੇਘਾਲਿਆ ਸਾਰਿਆਂ ਨਾਲੋਂ ਉੱਤੇ ਆਉਂਦਾ ਹੈ। ਮੇਘਾਲਿਆ ਦੇ ਜਿਹੜੇ ਫਾਰਮਰਸ ਹੈ ਉਹਨਾਂ ਦੀ ਟੌਪ ਇਨਕਮ ਹੈ ਪੂਰੀ ਕੰਟਰੀ 'ਚ। ਉਸ ਤੋਂ ਬਾਅਦ ਪੰਜਾਬ ਤੁਹਾਡਾ ਸੈਕਿੰਡ ਨੰਬਰ 'ਤੇ ਆ ਰਿਹਾ ਹੈ। ਤੇ ਅਕੋਰਡਿੰਗ ਟੂ ਡਾਟਾ ਆਲਮੋਸਟ 26,700 ਰੁਪਇਆ ਤੁਸੀਂ ਕਹਿ ਸਕਦੇ ਹੋ ਹਰ ਫਾਰਮਰ ਦੀ ਮੰਥਲੀ ਇਨਕਮ ਹੈ ਪੰਜਾਬ ਵਿੱਚ ਔਨ ਐਵਰੇਜ। ਮੇਘਾਲਿਆ 'ਚ ਦੇਖਿਆ ਜਾਵੇ ਤਾਂ 29,300 ਦੇ ਅਰਾਊਂਡ ਤੁਸੀਂ ਕਹਿ ਸਕਦੇ ਹੋ ਪਰ ਮੰਥ ਇਨਕਮ ਹੈ ਫਾਰਮਰ ਦੀ। ਤਾਂ ਇਹ ਡਾਟਾ ਅੱਛਾ ਡਾਟਾ ਹੈ, ਤੁਸੀਂ ਇਹਨੂੰ ਆਪਣੇ ਆਨਸਰਸ 'ਚ ਯੂਜ਼ ਕਰ ਸਕਦੇ ਹੋ ਇਹ ਸ਼ੋਅ ਕਰਨ ਲਈ ਕਿ ਫਾਰਮਰ ਇਨਕਮ ਕਾਫੀ ਲੋ ਹੈ। ਈਵਨ ਦੋ ਪੰਜਾਬ ਸੈਕਿੰਡ ਰੈਂਕ 'ਤੇ ਹੈ, ਬਟ ਤੁਸੀਂ ਇਹ ਦੇਖੋ ਕਿ ਪੂਰੇ ਇੰਡੀਆ 'ਚ ਅਗਰ ਤੁਸੀਂ ਦੇਖੋ ਇੱਕ ਫਾਰਮਰ ਇੱਕ ਮਹੀਨੇ 'ਚ ਸਿਰਫ ਇੰਨੀ ਮੋਟੀ ਕਮਾਈ ਕਰ ਪਾ ਰਿਹਾ ਹੈ। ਫਾਰਮਰ ਇਨਕਮ ਜਿਹੜੀ ਮੰਥਲੀ ਇਨਕਮ ਹੈ ਤੁਸੀਂ ਕਹਿ ਸਕਦੇ ਹੋ ਕਿ ਸਿਰਫ 26 ਤੋਂ 27 ਹਜ਼ਾਰ ਹੈ ਅਗਰ ਐਗਰੀਕਲਚਰ ਸੋਰਸ ਦੇਖਿਆ ਜਾਵੇ। ਤਾਂ ਇਹ ਕੰਸਰਨਿੰਗ ਹੈ ਕਿ ਫਾਰਮਰ ਇਨਕਮ ਕਾਫੀ ਲੋ ਹੈ। ਤਾਂ ਇਹ ਡਾਟਾ ਤੁਸੀਂ ਯੂਜ਼ ਕਰ ਸਕਦੇ ਹੋ ਅਗੇਨ ਐਗਰੀਕਲਚਰਲ ਪ੍ਰੋਬਲਮਸ ਜਦੋਂ ਤੁਸੀਂ ਡਿਸਕਸ ਕਰ ਰਹੇ ਹੋ। ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਨਿਊਜ਼ ਆਈਟਮਸ ਇੰਪੋਰਟੈਂਟ ਹੈਗੀਆਂ ਨੇ, ਇਹਨਾਂ ਨੂੰ ਡਾਟਾ ਨੂੰ ਲਿਖ ਕੇ ਰੱਖੋ, ਤੁਹਾਡੇ ਕਾਫੀ ਕੰਮ ਆਉਣ ਵਾਲਾ ਹੈ। ਕੋਈ ਵੀ ਤੁਹਾਨੂੰ ਡਾਊਟ ਹੈ ਤਾਂ ਸਾਨੂੰ ਮੈਸੇਜ ਕਰੋ, ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਤੇ ਸਿੱਧੀ ਪੰਜਾਬ ਚੈਨਲ ਜਿਹੜਾ ਹੈ ਦੇਖਦੇ ਰਹੋ। ਧੰਨਵਾਦ।